यूनिट सैकंड ਦੇ ਵਿੱਚ ਆਪਾਂ ਪਹਿਲਾਂ ਡੈਫੀਨੇਸ਼ਨ ਕੀਤੀ ਸੀ ਕਾਈਨੈਮੈਟਿਕ ਕੀ ਚੀਜ਼ ਹੈ। the study of the motion of the object without taking into account the factor which cause the motion, ਉਹ ਆਪਣੇ ਕੋਲ ਕੀ ਸੀ ਫੋਰਸ। ਫੋਰਸ ਨੂੰ ਕੰਸੀਡਰ ਨਹੀਂ ਕਰਦੇ ਸੀ ਆਪਾਂ, ਸਿੱਧਾ ਇਹ ਵੇਖਦੇ ਸੀ ਮੋਸ਼ਨ ਕੌਣ ਪ੍ਰੋਡਿਊਸ ਕਰ ਰਿਹਾ, ਉਹ ਨਹੀਂ ਦੇਖ ਰਹੇ, ਸਿਰਫ ਇਹਦੇ ਤੇ ਕੰਸਨਟਰੇਟ ਕਰ ਰਹੇ ਹਾਂ ਮੋਸ਼ਨ ਦੇ ਉੱਪਰ। ਠੀਕ ਹੈ ਜੀ। ਫਿਰ ਆਪਾਂ ਸਟੱਡੀ ਕੀਤਾ ਸੀ ਵਟ ਇਜ਼ ਮੋਸ਼ਨ, ਆਪਾਂ ਡੈਫੀਨੇਸ਼ਨ ਕੀਤੀ ਸੀ ਮੋਸ਼ਨ ਦੀ, ਤੇ ਇਹਦੇ ਵਿੱਚ ਆਪਣੇ ਕੋਲ ਕੀ ਆਇਆ ਸੀਗਾ ਬੇਟੇ, ਮੋਸ਼ਨ ਕੀ ਸੀ, a body is said to be in motion if it changes its position with the time। ਠੀਕ ਹੈ ਜੀ। motion is always relative in to the observer। ਠੀਕ ਹੈ ਜੀ। ਆਪਾਂ ਦੋ ਐਗਜ਼ਾਮਪਲਾਂ ਲਾਈਆਂ ਸੀਗੀਆਂ, ਅਰਥ ਵਾਲੀ ਐਗਜ਼ਾਮਪਲ ਲਈ ਸੀ ਵੀ ਅਸੀਂ ਅਰਥ ਦੇ ਉੱਪਰ ਹੈ ਤਾਂ ਵੀ ਆਰ ਐਟ ਰੈਸਟ ਵਿਦ ਰਿਸਪੈਕਟ ਟੂ ਆਵਰ ਰੂਮ ਬਟ ਇਨ ਮੋਸ਼ਨ ਵਿਦ ਰਿਸਪੈਕਟ ਟੂ ਦੀ ਸਨ ਬਿਕੋਜ਼ ਅਰਥ ਇਜ਼ ਰਿਵੋਲਵਿੰਗ ਅਰਾਊਂਡ ਦੀ ਸਨ। ਇਹ ਪੁਆਇੰਟ ਕਲੀਅਰ ਹੋ ਗਿਆ ਸੀ ਕਿ ਨਹੀਂ ਬੇਟੇ। ਰੈਸਟ ਦੀ ਗੱਲ ਕੀਤੀ ਸੀ ਵੀ ਜੇਕਰ ਬਾਡੀ ਆਪਦੀ ਪੋਜੀਸ਼ਨ ਹੈ ਜਿਹੜੀ ਉਹ ਨਹੀਂ ਚੇਂਜ ਕਰ ਰਹੀ ਵਿਦ ਟਾਈਮ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ, ਸਰਾਊਂਡਿੰਗ ਦਾ ਮਤਲਬ ਹੁੰਦਾ ਆਪਣੇ ਆਲੇ ਦੁਆਲੇ ਦੇ ਮੁਕਾਬਲੇ, ਦੈਨ ਇਟ ਇਜ਼ ਸੈਡ ਟੂ ਬੀ ਐਟ ਰੈਸਟ। ਠੀਕ ਹੈ ਜੀ। ਫਿਰ ਮੋਸ਼ਨ ਦੀਆਂ ਆਪਾਂ ਟਾਈਪਸ ਕੀਤੀਆਂ ਸੀਗੀਆਂ, ਸਰਕੂਲਰ ਮੋਸ਼ਨ ਤੇ ਸਟ੍ਰੇਟ ਲਾਈਨ ਮੋਸ਼ਨ। ਰੈਕਟੀਲੀਨੀਅਰ ਮੋਸ਼ਨ ਵੀ ਕੀ ਹੈ, ਇਟ ਇਜ਼ ਆਲਸੋ ਕਾਲਡ ਸਟ੍ਰੇਟ ਲਾਈਨ ਮੋਸ਼ਨ, ਇਟ ਇਜ਼ ਆਲਸੋ ਕਾਲਡ ਸਟ੍ਰੇਟ ਲਾਈਨ ਮੋਸ਼ਨ। ਆਪਾਂ ਕਿਹਾ ਸੀ ਇਟ ਇਜ਼ ਦੀ ਮੋਸ਼ਨ ਇਨ ਵਿਚ ਅ ਪਾਰਟੀਕਲ ਔਰ ਅ ਪੁਆਇੰਟ ਮਾਸ ਇਜ਼ ਮੂਵਿੰਗ ਅਲੋਂਗ ਅ ਸਟ੍ਰੇਟ ਲਾਈਨ। ਠੀਕ ਹੈ ਜੀ। ਜਿੱਥੇ ਵੀ ਆਪਾਂ ਨੂੰ ਵਰਡ ਲਿਖਿਆ ਮਿਲਦਾ ਸਟ੍ਰੇਟ ਲਾਈਨ ਜਾਂ ਰੈਕਟੀਲੀਨੀਅਰ, ਇਟ ਮੀਨਸ ਆਬਜੈਕਟ ਇਜ਼ ਮੂਵਿੰਗ ਇਨ ਅ ਸਟ੍ਰੇਟ ਲਾਈਨ। ਤੇ ਇਹਦੇ ਵਾਸਤੇ ਆਪਾਂ ਕੀਤਾ ਸੀ ਵਨ ਡਾਇਮੈਂਸ਼ਨ। ਵਨ ਡਾਇਮੈਂਸ਼ਨ ਕੀ ਸੀ, ਜਿਹਨੂੰ ਸਿਰਫ ਇੱਕ ਕੋਆਰਡੀਨੇਟ ਚਾਹੀਦਾ। ਠੀਕ ਹੈ ਜੀ। ਟੂ ਐਕਸਪਲੇਨ ਔਰ ਪ੍ਰੋਪਰਲੀ ਡਿਫਾਈਨ ਦੀ ਪੋਜੀਸ਼ਨ ਆਫ ਏ ਆਬਜੈਕਟ if we need only one coordinate then such type of motion is called rectilinear motion, straight line motion or one dimensional motion। ਠੀਕ ਹੈ ਜੀ। ਇਹ ਪੁਆਇੰਟ ਦੱਸੋ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ। ਅੱਜ ਆਪਾਂ ਟੌਪਿਕ ਜਿਹੜਾ ਨਵਾਂ ਕਰਨਾ, what is point mass or a particle। ਦੇਖੋ ਬੇਟੇ what is the meaning of point। ਇਹ ਡਾਟ ਲੱਗਿਆ ਹੋਇਆ ਇਹਨੂੰ ਆਪਾਂ ਪੁਆਇੰਟ ਕਹਿ ਦਿੰਦੇ ਹਾਂ। ਠੀਕ ਹੈ ਜੀ। ਇਹਦੀ ਬੇਟੇ ਇਹਦੀ ਲੈਂਥ ਕੀ ਹੈ, what is the length of this dot। ਲੰਬਾਈ ਇਹਦੀ ਕਿੰਨੀ ਹੋਊਗੀ ਬੇਟੇ, ਵੈਰੀ ਵੈਰੀ ਸਮਾਲ, ਆਲਮੋਸਟ ਨਿਗਲੀਜੀਬਲ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ। ਇਹਦੇ ਵਿੱਚ ਆਪਾਂ ਕੀ ਡੈਫੀਨੇਸ਼ਨ ਦਿੰਦੇ ਆ ਪੁਆਇੰਟ ਮਾਸ ਦੀ, ਆਪਾਂ ਕਹਿੰਦੇ ਆ ਜੇਕਰ ਡਾਇਮੈਂਸ਼ਨਸ ਹੈ, ਡਾਇਮੈਂਸ਼ਨ ਦੇ ਵਿੱਚ ਕੀ ਹੁੰਦਾ ਮਾਸ, ਲੈਂਥ ਤੇ ਟਾਈਮ। ਠੀਕ ਹੈ ਜੀ। ਬੇਟੇ ਮਾਈਕ ਆਫ ਕਰ ਲਓ, ਡਿਸਟਰਬੈਂਸ ਕਿੰਦੀ ਆ ਰਹੀ ਹੈ ਬੇਟੇ, ਡਿਸਟਰਬੈਂਸ ਕਿੰਦੇ ਥਰੂ ਆ ਰਹੀ ਹੈ, ਕਹਿੰਦਾ ਮਾਈਕ ਆਨ ਹੈ, ਡਿਸਟਰਬੈਂਸ ਆ ਰਹੀ ਹੈ ਜਿਹੜੀ, ਉਹਨੂੰ ਆਫ ਕਰ ਲਓ ਪਲੀਜ਼। ਹਾਂਜੀ ਬੇਟੇ, what is point mass। point mass means if the dimensions of a body are very very small। ਠੀਕ ਹੈ ਜੀ। ਤਾਂ ਆਪਾਂ ਕਵਾਂਗੇ ਐਜ਼ ਮਤਲਬ ਕਿ ਜਿਹੜਾ ਮਾਸ ਹੈ ਆਬਜੈਕਟ ਦਾ ਜਾਂ ਉਹਦੀ ਲੈਂਥ ਹੈ ਉਹ ਆਪਣੇ ਕੋਲ ਕੀ ਹੈ, ਵੈਰੀ ਵੈਰੀ ਸਮਾਲ। ਕਿੰਦੇ ਮੁਕਾਬਲੇ, ਐਜ਼ ਕੰਪੇਅਰ ਟੂ ਇਟਸ ਡਾਇਮੈਂਸ਼ਨਸ। ਐਗਜ਼ਾਮਪਲ ਦੇਖੋ, ਲੈਟ ਅਸ ਟੇਕ ਅ ਬੱਸ। ਇੱਕ ਆਪਣੇ ਕੋਲ ਕੀ ਹੈ, ਮੰਨ ਲਓ ਇੱਕ ਬੱਸ ਹੈ। ਠੀਕ ਹੈ ਜੀ। ਬੱਸ ਆਪਣੇ ਕੋਲ ਕੀ ਹੈ, ਮੰਨ ਲਓ ਮੂਵ ਕਰਕੇ ਜਾਂਦੀ ਹੈ ਫਰੋਮ ਅਰਨੀ ਵਾਲਾ ਟੂ ਦਿੱਲੀ। ਕਿੱਥੇ ਜਾਂਦੀ, ਅਰਨੀ ਵਾਲਾ ਟੂ ਦਿੱਲੀ। ਠੀਕ ਹੈ ਜੀ। ਡਿਸਟੈਂਸ ਹੈ ਜਿਹੜਾ ਅਰਨੀ ਵਾਲਾ ਟੂ ਦਿੱਲੀ ਇਜ਼ ਵੈਰੀ ਵੈਰੀ ਲਾਰਜ। ਮੰਨ ਲਓ ਆਪਣੇ ਕੋਲ ਕਿੰਨਾ, ਮੰਨ ਲਓ 350 ਕਿਲੋਮੀਟਰ। ਬਟ ਜਿਹੜੀ ਬੱਸ ਹੈ ਇਹਦੀ ਲੰਬਾਈ ਚੌੜਾਈ ਕਿੰਨੀ ਹੈ। ਠੀਕ ਹੈ ਜੀ। ਮੰਨ ਲਓ ਲੰਬਾਈ ਕਿੰਨੀ ਹੋਊਗੀ ਬੱਸ ਦੀ, ਮੰਨ ਲਓ 5 ਮੀਟਰ ਹੈ ਜਾਂ 10 ਮੀਟਰ ਹੈ। ਠੀਕ ਹੈ ਜੀ। ਇਹਦਾ ਮਤਲਬ ਇਹ ਜਿਹੜੀ ਇਹਦੀਆਂ ਡਾਇਮੈਂਸ਼ਨਸ ਹੈ, ਇਹਦੀ ਲੰਬਾਈ ਚੌੜਾਈ ਹੈ, ਉਹ ਆਪਣੇ ਕੋਲ ਕਿੰਦੇ ਵਿੱਚ ਹੈਗੀ, ਇਟ ਇਜ਼ ਇਨ ਮੀਟਰ। ਬਟ ਜਿਹੜਾ ਡਿਸਟੈਂਸ ਇਹ ਕਵਰ ਕਰਦੀ ਹੈ ਉਹ ਆਪਣੇ ਕੋਲ ਕਿੰਦੇ ਵਿੱਚ ਹੈ, ਇਟ ਇਜ਼ ਇਨ ਕਿਲੋਮੀਟਰ। ਇਹ ਪੁਆਇੰਟ ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ।
It means in this case this bus can be considered as a point object। ਕਲੀਅਰ ਹੋਇਆ ਕਿ ਨਹੀਂ? ਇਹ ਨਹੀਂ ਵੀ ਹਰੇਕ ਆਬਜੈਕਟ ਹਰੇਕ ਸਿਚੁਏਸ਼ਨ 'ਚ ਪੁਆਇੰਟ ਹੋਊਗਾ, ਮਤਲਬ ਉਹ ਕਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਹੈਗਾ। ਜੇਕਰ ਆਪਣੇ ਕੋਲ ਕੀ ਹੈ, ਡਿਸਟੈਂਸ ਕਵਰਡ ਬਾਈ ਦੀ ਆਬਜੈਕਟ ਇਜ਼ ਵੈਰੀ ਲਾਰਜ ਐਜ਼ ਕੰਪੇਅਰ ਟੂ ਇਟਸ ਡਾਇਮੈਂਸ਼ਨ, ਜਿਵੇਂ ਇਸ ਕੇਸ ਸੀਗਾ ਡਿਸਟੈਂਸ ਕਵਰ ਕੀ ਹੈ 350 ਕਿਲੋਮੀਟਰ, which is very large as compared to the dimension of the bus। ਬੱਸ ਦੀ ਲੰਬਾਈ ਚੌੜਾਈ ਉਚਾਈ ਕੀ ਹੈ, ਘੱਟ ਹੈ, ਡਿਸਟੈਂਸ ਕਵਰ ਕੀ ਹੈ, ਜ਼ਿਆਦਾ, ਤਾਂ ਆਪਾਂ ਬੱਸ ਨੂੰ ਕੀ ਲੈ ਸਕਦੇ ਹਾਂ ਇੱਥੇ, ਪੁਆਇੰਟ ਆਬਜੈਕਟ। ਦੱਸੋ ਬੇਟਾ ਪੁਆਇੰਟ ਕਲੀਅਰ ਹੋਇਆ ਕਿ ਨਹੀਂ? ਵਟ ਇਜ਼ ਦਾ ਮੀਨਿੰਗ ਆਫ ਪੁਆਇੰਟ ਆਬਜੈਕਟ? ਗੁਰਨਾਜ ਨੂੰ ਪਾਣੀ ਪਿਆਈ ਯਾਰ, ਮੈਂ ਪੜਾਈ ਜਾਂਦਾ। ਹਾਂਜੀ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੈ? ਹੁਣ ਆਪਾਂ ਇੱਥੋਂ ਦੇਖਦੇ ਹਾਂ, if the size of the object is negligible, negligible ਦਾ ਮਤਲਬ very very small, in comparison to the range of the motion, range of the motion ਦਾ ਮਤਲਬ ਜਿਹੜਾ distance ਉਹ cover ਕਰਦੀ ਹੈ, then body is said to be a point mass object or a point mass particle। ਆ ਡੈਫੀਨੇਸ਼ਨ ਦੱਸੋ ਬੇਟੇ ਕਲੀਅਰ ਹੋਈ ਕਿ ਨਹੀਂ? ਕਲੀਅਰ ਹੈ ਬੇਟੇ? ਜਿੱਥੇ ਵੀ ਵਰਡ ਪੁਆਇੰਟ ਮਾਸ ਜਾਂ ਪੁਆਇੰਟ ਆਬਜੈਕਟ ਆ ਗਿਆ, ਇਟ ਮੀਨਸ ਜਿਹੜਾ ਵੀ ਉਹ ਕੰਮ ਕਰ ਰਹੇ ਉੱਤੇ ਜੋ ਡਿਸਟੈਂਸ ਕਵਰ ਕਰ ਰਿਹਾ ਮੋਸ਼ਨ ਦੇ ਵਿੱਚ, ਤਾਂ ਉਹ ਡਿਸਟੈਂਸ ਬਹੁਤ ਜ਼ਿਆਦਾ ਕਵਰ ਕਰ ਰਿਹਾ ਤੇ ਉਹਦੀ ਆਪ ਦੀ ਲੰਬਾਈ ਚੌੜਾਈ ਉਚਾਈ ਕੀ ਹੈ, ਬਹੁਤ ਜ਼ਿਆਦਾ ਘੱਟ ਹੈ। ਉਹਦੇ ਕੰਪੈਰੀਜ਼ਨ 'ਚ ਜਿਹੜਾ ਉਹ ਡਿਸਟੈਂਸ ਕਵਰ ਕਰ ਰਿਹਾ, ਤਾਂ ਆਪਾਂ ਉਸ ਆਬਜੈਕਟ ਨੂੰ ਕੀ ਕਹਿੰਦੇ ਆ, ਪੁਆਇੰਟ ਆਬਜੈਕਟ। ਠੀਕ ਹੈ ਜੀ। ਨੈਕਸਟ ਦੇਖੋ ਆਪਣੇ ਕੋਲ ਕੀ ਹੈ, ਕੱਲ ਵੀ ਆਪਾਂ ਕੀਤਾ ਸੀ ਇਹ ਫਰੇਮ ਆਫ ਰੈਫਰੈਂਸ। ਫਰੇਮ ਆਫ ਰੈਫਰੈਂਸ ਦਾ ਮਤਲਬ ਕੋਈ ਵੀ ਅਸੀਂ ਜਿਹੜਾ ਮੋਸ਼ਨ ਬਾਡੀ ਕਵਰ ਕਰ ਰਹੀ ਹੈ ਉਹਦੀ ਲੰਬਾਈ ਚੌੜਾਈ ਜਿਹੜੀ ਅਸੀਂ ਮੈਜਰ ਕਰਨੀ ਹੈ, ਉਹ ਜਿੰਦੇ ਵਿਦ ਰਿਸਪੈਕਟ ਟੂ ਕਰਨੀ ਹੈ, ਉਸ ਫਰੇਮ ਨੂੰ ਆਪਾਂ ਕੀ ਕਹਿੰਦੇ ਆ, ਰੈਫਰੈਂਸ ਫਰੇਮ। ਠੀਕ ਹੋਇਆ ਕਿ ਨਹੀਂ? ਜਿਵੇਂ ਕੱਲ ਆਪਾਂ ਲਿਆ ਸੀ ਕੋਆਰਡੀਨੇਟ ਸਿਸਟਮ ਐਕਸ ਵਾਈ ਜ਼ੈਡ, ਮੰਨ ਲਓ 3 ਡਾਇਮੈਂਸ਼ਨ ਬਣਿਆ, ਇਫ ਦੀ ਆਬਜੈਕਟ ਇਜ਼ ਮੂਵਿੰਗ ਫਰੋਮ ਪੁਆਇੰਟ A ਟੂ ਪੁਆਇੰਟ B, ਸਾਨੂੰ ਕਿਵੇਂ ਪਤਾ ਲੱਗੂ ਵੀ A ਕਿੰਨਾ ਦੂਰ ਸੀ, ਕਿੱਥੇ ਸੀ? ਤਾਂ ਵੀ ਵਿਲ ਮੈਜਰ ਇਟਸ ਵੈਲਿਊ ਫਰੋਮ origin in 2 dimension, we need 2 ਕੋਆਰਡੀਨੇਟ, x ਤੇ y ਚਾਹੀਦੇ ਸੀ, ਜਿਵੇਂ 3 ਡਾਇਮੈਂਸ਼ਨ ਬਣਾਇਆ ਤੇ ਇੱਥੇ ਕਿੰਨੇ ਚਾਹੀਦੇ ਹੋਣਗੇ, x y ਤੇ z। ਤੇ A ਪੁਆਇੰਟ ਤੋਂ ਲੈ ਕੇ B ਪੁਆਇੰਟ ਤੱਕ ਜੇਕਰ ਆਪਣੇ ਕੋਲ ਆਬਜੈਕਟ ਜਾਂਦਾ ਹੈ, ਤਾਂ ਅਸੀਂ ਇਹਦੀ ਮੈਜਰ ਕਿੰਦੇ ਵਿਦ ਰਿਸਪੈਕਟ ਟੂ ਕਰਦੇ ਆ, ਇਸ ਫਰੇਮ ਦੇ ਵਿਦ ਰਿਸਪੈਕਟ ਟੂ ਕਰਦੇ ਆ। ਇਸ ਫਰੇਮ ਨੂੰ ਅਸੀਂ ਕੀ ਕਹਿੰਦੇ ਫਿਰ, ਰੈਫਰੈਂਸ ਫਰੇਮ। ਠੀਕ ਹੈ ਜੀ। ਕੱਲ ਵੀ ਡੈਫੀਨੇਸ਼ਨ ਦਿੱਤੀ ਸੀ, a frame with respect to which measurements are done, that frame is called the reference frame। ठीक है जी। the frame with respect to which measurement are performed, such frame is called, ਨੋਟ ਕਰ ਲਿਆ ਕਰੋ, ਰੈਫਰੈਂਸ ਫਰੇਮ, ਜਿਹਨੂੰ ਅਸੀਂ ਰੈਫਰੈਂਸ ਮੰਨਿਆ ਜਿਹੜੇ ਫਰੇਮ ਨੂੰ। ਠੀਕ ਹੈ ਜੀ। ਇਹਨੇ ਸਿੱਧੀ ਆਪਣੇ ਕੋਲ ਐਗਜ਼ਾਮਪਲ ਦਿੱਤੀ ਹੈ ਵੀ ਇਟ ਇਜ਼ ਅ ਸਿਸਟਮ ਆਫ 3 ਮਿਊਚੁਅਲੀ ਪਰਪੈਂਡੀਕੂਲਰ, ਮਿਊਚੁਅਲੀ ਦਾ ਮਤਲਬ ਹੁੰਦਾ ਆਪਸ ਦੇ ਵਿੱਚ, ਸਾਰੇ ਆਪਸ ਦੇ ਵਿੱਚ ਪਰਪੈਂਡੀਕੂਲਰ ਹੋਣ, ਅਟੈਚਡ ਟੂ ਆਬਜ਼ਰਵਰ ਹੈਵਿੰਗ ਅ ਕਲੌਕ ਵਿਦ ਹਿਮ। ਇੱਥੇ ਆਪਣੇ ਕੋਲ ਜੇ ਆਪਾਂ ਇਹਦੇ ਵਿੱਚ ਟਾਈਮ ਮੈਜਰ ਕਰਨ ਵਾਸਤੇ ਇੱਥੇ ਆਪਾਂ ਇੱਕ ਕੀ ਰੱਖੀਏ ਬੇਟੇ, ਕਲੌਕ, ਕਿਉਂਕਿ ਸਾਨੂੰ ਆਹ ਚੀਜ਼ ਐਕਸ ਵਾਈ ਜ਼ੈਡ ਦੇ ਨਾਲ ਨਾਲ ਆਪਾਂ ਨੂੰ ਟਾਈਮ ਵੀ ਚਾਹੀਦਾ ਵੀ ਕਿਹੜੇ ਸਮੇਂ ਤੇ ਕਿੱਥੇ ਸੀ, ਇਸ ਲਈ ਅਸੀਂ ਇਸ ਫਰੇਮ ਆਫ ਰੈਫਰੈਂਸ ਦੇ ਨਾਲ ਕੀ ਅਟੈਚ ਕਰ ਦਿੰਦੇ ਹਾਂ ਬੇਟੇ, ਕਲੌਕ। Having a clock with him with respect to which observer can describe the position, displacement, acceleration of a moving object। ਇਹ ਸਾਰੀਆਂ ਚੀਜ਼ਾਂ ਕੀ ਹੈ, ਇਹਨੂੰ ਮੈਂ ਇੱਕ ਸ਼ਬਦ ਦੇ ਵਿੱਚ ਕਵਰ ਕੀਤਾ ਹੈ, ਮੈਜਰਮੈਂਟ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਜਿਹੜਾ ਆ ਪੁਆਇੰਟ O ਹੈ ਇਹਨੂੰ ਆਪਾਂ ਕਹਿੰਦੇ origin, the point of intersection of 3 axes is called origin।
ਵਿਚ ਸਰਵ ਐਜ਼ ਦੀ ਰੈਫਰੈਂਸ ਪੁਆਇੰਟ, ਕਿਉਂਕਿ ਸਾਰੀਆਂ ਕੈਲਕੂਲੇਸ਼ਨਸ ਕਿਤੇ ਵਿਦ ਰਿਸਪੈਕਟ ਟੂ ਕੀਤੀਆਂ ਜਾਂਦੀਆਂ ਇਸ O ਪੁਆਇੰਟ ਦੇ ਵਿਦ ਰਿਸਪੈਕਟ। If the frame is not mentioned, then ground is taken as the frame of reference। ਇਹ ਪੁਆਇੰਟ ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਜੇਕਰ ਫਰੇਮ ਆਫ ਰੈਫਰੈਂਸ ਆਪਾਂ ਨੂੰ ਮੈਂਸ਼ਨ ਨਹੀਂ ਕੀਤਾ ਤਾਂ ਆਪਾਂ ਕਿਹਨੂੰ ਲੈ ਲੈਨੇ ਫਰੇਮ ਆਫ ਰੈਫਰੈਂਸ ਆਫ ਦਾ ਗਰਾਊਂਡ। ਜੇ ਮੰਨ ਲਓ ਆਪਾਂ ਬੱਸ ਦੇ ਵਿੱਚ ਬੈਠੇ ਹੋਏ ਹਾਂ ਤਾਂ ਬੱਸ ਮੂਵ ਕਰ ਰਹੀ ਹੈ, ਇਹ ਮੂਵਮੈਂਟ ਸਾਨੂੰ ਉਦੋਂ ਹੀ ਅਬਜ਼ਰਵ ਹੁੰਦੀ ਹੈ ਜਦੋਂ ਆਪਣਾ ਫਰੇਮ ਆਫ ਰੈਫਰੈਂਸ ਕੀ ਹੁੰਦਾ ਗਰਾਊਂਡ। ਜੇਕਰ ਬੱਸ ਦੇ ਮੁਕਾਬਲੇ ਇੱਕ ਹੋਰ ਬੱਸ ਮੂਵ ਕਰ ਰਹੀ ਹੈ, both are moving at the same speed in the same direction, ਮੰਨ ਲਓ ਆ ਵੀ 40 ਕਿਲੋਮੀਟਰ ਤੇ ਮੂਵ ਕਰ ਰਹੀ ਆ ਵੀ 40 ਕਿਲੋਮੀਟਰ ਤੇ ਫਰੇਮ ਆਫ ਰੈਫਰੈਂਸ ਤੁਹਾਡਾ ਤੁਸੀਂ ਐਸ ਬੱਸ ਨੂੰ ਕਿਹਾ, ਗਰਾਊਂਡ ਨੂੰ ਨਹੀਂ ਕਿਹਾ। ਆਹ ਆਬਜੈਕਟ ਐਸ ਫਰੇਮ ਆਫ ਰੈਫਰੈਂਸ ਦੇ ਨਾਲ ਕੀ ਮੂਵ ਕਰ ਰਿਹਾ, ਇਕੁਅਲੀ ਮੂਵ ਕਰ ਰਿਹਾ। ਇਹਦਾ ਮਤਲਬ ਉਸ ਫਰੇਮ ਦੇ ਵਿਦ ਰਿਸਪੈਕਟ ਟੂ ਆਪਾਂ ਕੀ ਕਵਾਂਗੇ ਵੀ ਦੋਵੇਂ ਬੱਸਿਸ ਕੀ ਹੈਗੀਆਂ ਐਟ ਰੈਸਟ, ਕਿਉਂਕਿ ਆਪਦੀ ਪੋਜੀਸ਼ਨ ਹੈ ਜਿਹੜੀ ਵਿਦ ਰਿਸਪੈਕਟ ਟੂ ਦਿਸ ਫਰੇਮ ਉਹ ਚੇਂਜ ਨਹੀਂ ਕਰ ਰਿਹਾ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਵਨ ਡਾਇਮੈਂਸ਼ਨਲ ਮੋਸ਼ਨ ਕੀ ਹੈ? ਜਿਵੇਂ ਆਪਾਂ ਐਗਜ਼ਾਮਪਲ ਲਈਏ, ਓਰੀਜਨ ਤੋਂ ਕੋਈ ਪਾਰਟੀਕਲ P ਦੇ ਉੱਪਰ ਆਬਜੈਕਟ ਹੈ, ਇਹਦੀ ਪੋਜੀਸ਼ਨ ਦੱਸਣ ਲਈ ਸਾਨੂੰ ਡਿਸਟੈਂਸ ਕਿੱਥੋਂ ਮੈਜ਼ਰ ਕਰਨਾ ਪੈਣਾ? ਓਰੀਜਨ ਤੋਂ। ਐਂਡ ਵੀ ਨੀਡ ਓਨਲੀ ਵਨ ਕੋਆਰਡੀਨੇਟ, ਕੱਲਾ x ਚਾਹੀਦਾ ਆਪਾਂ ਨੂੰ। ਤਾਂ ਇਸ ਤਰ੍ਹਾਂ ਦਾ ਮੋਸ਼ਨ ਕੀ ਕਹਾਂਗੇ? ਵਨ ਡਾਇਮੈਂਸ਼ਨ ਮੋਸ਼ਨ। ਵਨ ਡਾਇਮੈਂਸ਼ਨ ਮੋਸ਼ਨ ਕਿਸ ਤਰ੍ਹਾਂ ਦੇ ਮੋਸ਼ਨ ਹੋਣਗੇ? ਸਟ੍ਰੇਟ ਲਾਈਨ ਮੋਸ਼ਨ। ਠੀਕ ਹੈ ਜੀ। ਤੇ ਮੋਸ਼ਨ ਆਫ ਏ ਕਾਰ ਔਨ ਅ ਸਟੇਟ ਰੋਡ, ਮੋਸ਼ਨ ਆਫ ਏ ਫ੍ਰੀਲੀ ਫਾਲਿੰਗ ਬੋਡੀ, ਕੋਈ ਬੋਡੀ ਫ੍ਰੀ ਫਾਲ ਕਰ ਰਹੀ ਹੈ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ, ਉਹ ਵੀ ਆਪਣੇ ਕੋਲ ਕੀ ਸਟ੍ਰੇਟ ਲਾਈਨ ਮੋਸ਼ਨ। ਇਹ ਕੱਲ ਆਪਾਂ ਕਵਰ ਕਰ ਲਏ। ਟੂ ਡਾਇਮੈਂਸ਼ਨ ਮੋਸ਼ਨ ਹੁੰਦਾ ਮੋਸ਼ਨ ਇਨ ਏ ਪਲੇਨ, ਮੋਸ਼ਨ ਇਨ ਏ ਪਲੇਨ, ਇੱਕ x ਕੋਆਰਡੀਨੇਟ ਇੱਕ y। ਕਿਸੇ ਵੀ ਆਬਜੈਕਟ ਦੀ ਪੋਜੀਸ਼ਨ ਨੂੰ ਡਿਫਾਈਨ ਕਰਨ ਦੇ ਲਈ ਵੀ ਨੀਡ ਟੂ ਕੋਆਰਡੀਨੇਟਸ। ਵੀ ਵਿਲ ਹੈਵ ਟੂ ਡਰਾ ਦੀ ਪਰਪੈਂਡੀਕੂਲਰ, ਆਪਾਂ ਉੱਤੋਂ ਪਰਪੈਂਡੀਕੂਲਰ ਡਰਾ ਕਰਦੇ ਹਾਂ, ਇੱਕ ਇੱਧਰ ਤੇ ਇੱਕ ਇੱਧਰ। ਇਧਰ ਆਪਾਂ x ਦੀ ਪੋਜੀਸ਼ਨ ਮੈਜ਼ਰ ਕਰ ਲੈਂਦੇ, ਇਧਰ ਆਪਾਂ y ਦੀ ਪੋਜੀਸ਼ਨ ਮੈਜ਼ਰ ਕਰ ਲੈਂਦੇ। ਸੋ ਐਕਸ ਵਾਈ ਆਪਾਂ ਨੂੰ ਇਹਦੀ ਪਾਰਟੀਕਲ P ਦੀ ਪੋਜੀਸ਼ਨ ਨੂੰ ਡਿਫਾਈਨ ਕਰਨ ਦੇ ਲਈ ਕਿੰਨੇ ਕੋਆਰਡੀਨੇਟ ਚਾਹੀਦੇ ਆ? 2, x ਤੇ y। ਤੇ ਇਸ ਤਰ੍ਹਾਂ ਦੇ ਮੋਸ਼ਨ ਨੂੰ ਆਪਾਂ ਕੀ ਕਹਿੰਦੇ ਆ ਬੇਟੇ? ਟੂ ਡਾਇਮੈਂਸ਼ਨਲ ਮੋਸ਼ਨ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਥ੍ਰੀ ਡਾਇਮੈਂਸ਼ਨਲ ਮੋਸ਼ਨ ਜਿਹਦੇ ਚ 3 ਕੋਆਰਡੀਨੇਟਸ ਚਾਹੀਦੇ ਆਪਾਂ ਨੂੰ। ਇਹ ਕੱਲ ਆਪਾਂ ਟੌਪਿਕ ਡਿਸਕਸ ਕੀਤੇ ਹੋਏ ਆ, ਵਾਟ ਇਜ਼ 3 ਡਾਇਮੈਂਸ਼ਨਲ ਮੋਸ਼ਨ, ਜਿੰਦੇ ਵਿੱਚ ਆਪਣੇ ਕੋਲ ਕੀ ਹੈ? ਆਬਜੈਕਟ ਕਿਵੇਂ ਮੂਵ ਕਰ ਰਿਹਾ? ਇਨ ਵੋਲਿਊਮ। ਕਿਵੇਂ ਮੂਵ ਕਰ ਰਹੇ? ਇਨ ਵੋਲਿਊਮ, 3 ਡਾਇਮੈਂਸ਼ਨ ਦੇ ਵਿੱਚ ਮੂਵ ਕਰ ਰਿਹਾ। ਠੀਕ ਹੈ, ਜਿਵੇਂ ਆਪਾਂ ਰੂਮ ਦੇ ਵਿੱਚ ਮੂਵ ਕਰਦੇ ਆ ਤਾਂ ਆਪਣਾ ਮੋਸ਼ਨ ਕਿਸ ਤਰ੍ਹਾਂ ਦਾ? 3D, ਸ਼ਾਰਟ ਫਾਰਮ ਚ ਇਹਨੂੰ ਕਹਿੰਦੇ 1D 2D 3D। ਠੀਕ ਹੈ ਜੀ। ਹੁਣ ਇਹਦੀ ਪਾਰਟੀਕਲ P ਦੀ ਪੋਜੀਸ਼ਨ ਨੂੰ ਡਿਫਾਈਨ ਕਰਨ ਦੇ ਲਈ ਆਪਾਂ ਨੂੰ ਕਿੰਨੇ ਕੋਆਰਡੀਨੇਟ ਚਾਹੀਦੇ? ਵੀ ਨੀਡ 3 ਕੋਆਰਡੀਨੇਟਸ। ਇੱਕ ਆ ਕੋਆਰਡੀਨੇਟ ਚਾਹੀਦੇ, ਇਹਦੀ ਪੋਜੀਸ਼ਨ ਚਾਹੀਦੀ। ਹੁਣ ਵੇਖੋ ਬੇਟੇ, ਜਿਹੜਾ ਸਕਰੀਨ ਤੁਹਾਨੂੰ ਨਜ਼ਰ ਆ ਰਹੀ ਹੈ ਇਹ 2D ਹੈ, ਇਹਦੇ ਤੇ 3D ਆਪਾਂ ਬਣਾ ਨਹੀਂ ਸਕਦੇ। ਆ ਜਿਹੜਾ Z ਬਣਾਇਆ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਵੀ ਸਕਰੀਨ ਦੇ ਬਾਹਰ ਨੂੰ ਪਰਪੈਂਡੀਕੂਲਰ ਜਾਂ ਅੰਦਰ ਨੂੰ ਪਰਪੈਂਡੀਕੂਲਰ। ਆਹ ਪੁਆਇੰਟ ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਜਿਵੇਂ ਐਗਜ਼ਾਮਪਲ ਲਈਆਂ ਉਹਨਾਂ ਨੇ, ਫਲਾਈਂਗ ਬਰਡ, ਰੈਂਡਮ ਮੋਸ਼ਨ ਆਫ ਦੀ ਗੈਸ ਮੋਲੀਕਿਊਲ, ਇਹ ਸਾਰੀਆਂ ਆਪਣੇ ਕੋਲ ਹੋਣਗੀਆਂ 3D। ਓਕੇ। ਇੰਪੋਰਟੈਂਟ ਆਰਟੀਕਲ ਅਗਲਾ ਦੇਖੋ, ਵਾਟ ਇਜ਼ ਡਿਸਟੈਂਸ ਐਂਡ ਡਿਸਪਲੇਸਮੈਂਟ। ਡਿਸਟੈਂਸ ਐਂਡ ਡਿਸਪਲੇਸਮੈਂਟ ਕਰਨ ਤੋਂ ਪਹਿਲਾਂ ਬੇਟੇ ਆਪਾਂ ਪਹਿਲਾਂ ਆਪਾਂ ਕੀਤਾ ਹੋਇਆ ਥੋੜਾ ਜਿਹਾ ਆਪਾਂ ਨੂੰ ਰਿਵਾਈਜ਼ ਕਰਦੇ ਹਾਂ। ਵਾਟ ਆਰ ਫਿਜ਼ੀਕਲ ਕੁਆਂਟੀਟੀ? ਪਹਿਲੇ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀ ਫਿਜ਼ੀਕਲ ਕੁਆਂਟੀਟੀਜ਼ ਕੀ ਹੁੰਦੀਆਂ ਬੇਟੇ? ਵਾਟ ਆਰ ਫਿਜ਼ੀਕਲ ਕੁਆਂਟੀਟੀਜ਼? What are physical quantities? Quantities in terms of which laws of physics can be explained.
ठीक है जी। द क्वांटिटीज इन टर्म्स ऑफ विच की कर सकते हैं ਅਸੀਂ लॉज ऑफ फिजिक्स ਨੂੰ ਕੀ ਕਰ ਸਕਦੇ ਹਾਂ ਐਕਸਪਲੇਨ ਕਰ ਸਕਦੇ ਹਾਂ। ਨੋਟ ਕਰਦੇ ਜਾਇਆ ਕਰੋ ਬੇਟੇ। ਜਿਵੇਂ ਆਪਣੇ ਕੋਲ ਆਪਾਂ ਮਾਸ ਹੋ ਗਿਆ, ਲੈਂਥ ਹੋ ਗਿਆ, ਟਾਈਮ ਹੋ ਗਿਆ, ਫੋਰਸ ਹੋ ਗਿਆ, ਪ੍ਰੈਸ਼ਰ ਹੋ ਗਿਆ, ਜਿਹੜੀਆਂ ਫਿਜ਼ੀਕਲ ਕੁਆਂਟੀਟੀਜ਼ ਨੂੰ ਅਸੀਂ ਮੈਜਰ ਕਰ ਸਕਦੇ ਹਾਂ ਉਹਨਾਂ ਨੂੰ ਆਪਾਂ ਕਿਹਾ ਫਿਜ਼ੀਕਲ ਕੁਆਂਟੀਟੀਜ਼, ਦੀ ਕੁਆਂਟੀਟੀਜ਼ ਦੈਟ ਕੈਨ ਬੀ ਮੈਜਰ। ਠੀਕ ਹੈ, ਜਿਵੇਂ ਮੰਨ ਲਓ ਲਾਜ਼ ਆਫ ਫਿਜ਼ਿਕਸ ਦੇ ਵਿੱਚ ਆਪਾਂ ਫੋਰਸ ਦਾ ਫਾਰਮੂਲਾ ਹੁੰਦਾ F ਇਕੁਅਲ ਟੂ ma, ਇਹ ਐਕਸਲਰੇਸ਼ਨ ਹੈ, ਆ ਮਾਸ ਹੈ, ਆ ਫੋਰਸ ਹੈ, ਤਾਂ ਇਹ ਆਪਣੇ ਕੋਲ ਸਾਰੀਆਂ ਕੀ ਹੈ, ਇਹ ਫਿਜ਼ੀਕਲ ਕੁਆਂਟੀਟੀ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਕਲੀਅਰ ਹੈ ਬੇਟੇ? ਫਿਜ਼ੀਕਲ ਕੁਆਂਟੀਟੀਜ਼ ਹੈ ਜਿਹੜੀਆਂ ਉਹ ਮੇਨਲੀ ਆਪਣੇ ਕੋਲ ਕੀ ਹੈ, ਜ਼ਿਆਦਾ ਵੀ ਆਪਾਂ ਤਿੰਨ ਡਿਵੀਜ਼ਨ ਵੀ ਕਰ ਸਕਦੇ ਹਾਂ ਟੈਂਸਰ ਵਗੈਰਾ ਚ, ਬਟ ਆਪਾਂ ਬੇਸਿਕਲੀ ਲੈ ਕੇ ਚੱਲਾਂਗੇ ਦੋ। ਫਿਜ਼ੀਕਲ ਕੁਆਂਟੀਟੀਜ਼ ਆਰ ਆਫ ਟੂ ਟਾਈਪਸ। ਠੀਕ ਹੈ ਜੀ, ਕਿਹੜੀਆਂ ਕਿਹੜੀਆਂ? ਸਕੇਲਰ ਕੁਆਂਟੀਟੀਜ਼ ਐਂਡ ਵੈਕਟਰ ਕੁਆਂਟੀਟੀ। ਸਕੇਲਰ ਕੁਆਂਟੀਟੀਜ਼ ਐਂਡ ਵੈਕਟਰ ਕੁਆਂਟੀਟੀ ਨੋਟ ਕਰਦੇ ਜਾਓ, ਵੈਰੀ ਇੰਪॉर्टेंट। scalar quantities and the vector quantities। ਹੁਣ what are scalar quantities? scalar quantities ਕੀ ਹੈ ਬੇਟੇ, ਇਹਨਾਂ ਕੋਲੇ ਕੀ ਹੈ, ਕੋਈ ਨਾ ਕੋਈ ਵੈਲਿਊ ਤਾਂ ਹੁੰਦੀ ਹੈ ਬਟ ਡਾਇਰੈਕਸ਼ਨ ਹੈ ਜਿਹੜੀ ਉਹ ਨਹੀਂ ਹੁੰਦੀ। ਸਿੰਪਲ ਸ਼ਬਦਾਂ 'ਚ ਆਪਾਂ ਗੱਲ ਕਰੀਏ, ਡਾਇਰੈਕਸ਼ਨ ਨਹੀਂ ਹੁੰਦੀ, ਨੋ ਡਾਇਰੈਕਸ਼ਨ। ਵੈਲਿਊ ਨੂੰ ਆਪਾਂ ਇੱਥੇ ਕੀ ਕਿਹਾ ਕਰਾਂਗੇ ਬੇਟੇ? ਮੈਗਨੀਟਿਊਡ। ਜਿਹੜੀ ਮੈਂ ਟਰਮੋਨੋਲੋਜੀ ਦੱਸ ਰਿਹਾ ਬੇਟੇ ਇਹਨੂੰ ਨੋਟ ਕਰਦੇ ਜਾਓ। whenever I will say magnitude, magnitude means some value 30 20 50 60 2.5, ਕੋਈ ਵੀ ਜਿਹੜੀ ਵੈਲਿਊ ਹੁੰਦੀ ਹੈ ਉਹਨੂੰ ਆਪਾਂ ਹੁਣ ਤੋਂ ਕੀ ਕਿਹਾ ਕਰਾਂਗੇ? ਮੈਗਨੀਟਿਊਡ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? So what are scalar quantities? Definition ਕਵਾਂਗੇ, the quantities, the physical quantities having having magnitude only, having magnitude only। ठीक है जी, that is have no direction, ਉਹਨਾਂ ਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ। ਠੀਕ ਹੈ ਜੀ, ਜਿਵੇਂ ਆਪਾਂ ਹੁਣ ਨੈਕਸਟ ਆਰਟੀਕਲ ਜਿਹੜਾ ਕਰਨਾ ਮੈਂ ਤਾਂ ਹੀ ਤੁਹਾਨੂੰ ਐਕਸਪਲੇਨ ਕਰ ਰਿਹਾ, ਇਹਦੇ ਵਿੱਚ ਆਊਗਾ ਡਿਸਟੈਂਸ। ਠੀਕ ਹੈ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਸਕੇਲਰ ਕੁਆਂਟੀਟੀਜ਼ ਕਿਹੜੀਆਂ ਹੈ ਜਿਨ੍ਹਾਂ ਕੋਲੇ ਆਪਣੇ ਕੋਲ ਮੈਗਨੀਟਿਊਡ ਓਨਲੀ ਬਟ ਹੈਵ ਨੋ ਡਾਇਰੈਕਸ਼ਨ, ਤੇ ਵੈਕਟਰ ਕੁਆਂਟੀਟੀਜ਼ ਕਿਹੜੀਆਂ ਬੇਟੇ? ਜਿਨ੍ਹਾਂ ਕੋਲੇ ਡਾਇਰੈਕਸ਼ਨ ਵੀ ਹੋਵੇ। ਜਿਹੜੀ ਮੈਂ ਡੈਫੀਨੇਸ਼ਨ ਦੱਸੂ ਉਹਦੇ ਚ ਤਿੰਨ ਮੇਨ ਪੁਆਇੰਟ ਤੁਸੀਂ ਯਾਦ ਰੱਖਦੇ ਆ। quantities having magnitude plus direction plus follows laws of vector addition। ਇੰਪੋਰਟੈਂਟ ਗੱਲ ਹੈ, ਆਪਾਂ ਅੱਗੇ ਜਾ ਕੇ ਕਰਾਂਗੇ ਵੈਕਟਰ, ਜਦੋਂ ਕੁਆਂਟੀਟੀ ਸ਼ੁਰੂ ਕਰਾਂਗੇ ਆਮ ਤੌਰ ਤੇ ਬੱਚੇ ਡੈਫੀਨੇਸ਼ਨ ਕੀ ਦਿੰਦੇ, ਵਾਟ ਆਰ ਵੈਕਟਰ ਕੁਆਂਟੀਟੀਜ਼, ਆਹ ਦੋ ਗੱਲਾਂ ਹੀ ਦੱਸਦੇ। ਡੈਫੀਨੇਸ਼ਨ ਚ ਕਹਿੰਦੇ ਦੀ ਫਿਜ਼ੀਕਲ ਕੁਆਂਟੀਟੀਜ਼ ਹੈਵਿੰਗ ਮੈਗਨੀਟਿਊਡ ਐਂਡ ਡਾਇਰੈਕਸ਼ਨ ਆਰ ਕਾਲਡ ਵੈਕਟਰ ਕੁਆਂਟੀਟੀਜ਼, ਇਹ ਗਲਤ ਹੈ। ਦੀ ਫਿਜ਼ੀਕਲ ਕੁਆਂਟੀਟੀਜ਼ ਹੈਵਿੰਗ ਮੈਗਨੀਟਿਊਡ, direction and they should also follow the laws of vector addition। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਕੁਆਂਟੀਟੀਜ਼ ਕਿਹੜੀਆਂ ਜਿਨ੍ਹਾਂ ਕੋਲ ਮੈਗਨੀਟਿਊਡ ਵੀ ਹੈ, ਡਾਇਰੈਕਸ਼ਨ ਵੀ ਹੈ, ਐਂਡ ਦੇ ਸ਼ੁੱਡ ਆਲਸੋ ਫੋਲੋ ਦੀ ਲਾਜ਼ ਆਫ ਵੈਕਟਰ ਐਡੀਸ਼ਨ, ਸੱਚ ਕੁਆਂਟੀਟੀਜ਼ ਆਰ ਕਾਲਡ ਵੈਕਟਰ ਕੁਆਂਟੀਟੀਜ਼। ਠੀਕ ਹੈ ਜੀ, ਕਲੀਅਰ ਹੋ ਗਿਆ? ਵੈਕਟਰ ਕੁਆਂਟੀਟੀਜ਼ ਨੂੰ ਅਸੀਂ ਰਿਪਰੈਜ਼ੈਂਟ ਕਿਵੇਂ ਕਰਦੇ ਹਾਂ? ਵੈਕਟਰ ਕੁਆਂਟੀਟੀਜ਼ ਆਰ ਰਿਪਰੈਜ਼ੈਂਟਡ ਵਿਦ ਅ ਐਰੋ ਓਵਰ ਅ ਲੈਟਰ। ਇਸ ਤਰ੍ਹਾਂ ਨਾਲ ਆਪਾਂ ਐਰੋ ਲਾ ਦਿੰਦੇ, ਇਹਦਾ ਮਤਲਬ ਇੱਥੇ ਕੀ ਮਤਲਬ ਹੈ ਵੀ ਇਹ ਆਪਣੇ ਕੋਲ ਕੀ ਹੈ? ਇੱਕ ਵੈਕਟਰ। ਇਹ ਆਪਣੇ ਕੋਲ ਕੀ ਹੈ ਬੇਟੇ? ਇੱਕ ਵੈਕਟਰ। ਇਹਦਾ ਮਤਲਬ ਇਟ ਹੈਜ਼ ਬੋਥ ਮੈਗਨੀਟਿਊਡ ਐਜ਼ ਵੈਲ ਐਜ਼ ਡਾਇਰੈਕਸ਼ਨ।
ਠੀਕ ਹੈ ਜੀ। ਜਿਵੇਂ ਏ ਵੈਕਟਰ ਨੂੰ ਆਪਾਂ ਲਿਖਣਾ ਹੋਵੇ ਮੈਥਮੈਟਿਕਲੀ, ਇਹਦਾ ਮੈਗਨੀਟਿਊਡ ਹੈ, ਮੈਗਨੀਟਿਊਡ ਲਿਖਣ ਲੱਗਿਆ ਆਪਾਂ ਐਰੋ ਦਾ ਨਿਸ਼ਾਨ ਉੱਤੋਂ ਹਟਾ ਦਿੰਦੇ ਹਾਂ। ਜੇ ਸਿੰਪਲ ਏ ਲਿਖਿਆ ਇਟ ਮੀਨਸ ਇਹ ਮੈਗਨੀਟਿਊਡ ਹੈ। ਜੇ ਆਪਾਂ ਨਾਲ ਲਿਖਤਾ ਐਨ ਕੈਪ, ਇਸ ਤਰ੍ਹਾਂ ਨਾਲ ਉੱਤੇ ਲਿਖਤਾ, ਤਾਂ ਆਹ ਆਪਣੇ ਕੋਲ ਕੀ ਹੈ ਬੇਟੇ, ਐਨ ਕੈਪ ਕੌਣ ਹੈ, ਇਹ ਯੂਨਿਟ ਵੈਕਟਰ ਹੈ। ਇਹ ਡਿਟੇਲ ਦੇ ਵਿੱਚ ਆਪਾਂ ਅੱਗੇ ਜਾ ਕੇ ਕਰਾਂਗੇ, ਬਟ ਫॉर द ਟਾਈਮ ਬੀਇੰਗ ਇਹਨੂੰ ਯਾਦ ਰੱਖ ਲਓ। ਇਹ ਆਪਣੇ ਕੋਲ ਕੀ ਯੂਨਿਟ ਵੈਕਟਰ, ਇਹ ਕੀ ਰਿਪਰੈਜ਼ੈਂਟ ਕਰਦਾ, ਇਹ ਰਿਪਰੈਜ਼ੈਂਟ ਕਰਦਾ ਡਾਇਰੈਕਸ਼ਨ। ਕਿਉਂਕਿ ਇਹਦੇ ਕੋਲੇ ਕੀ ਹੈ, ਇੱਕ ਵੈਕਟਰ ਕੋਲੇ ਕੀ ਹੁੰਦਾ, ਮੈਗਨੀਟਿਊਡ ਪਲੱਸ ਡਾਇਰੈਕਸ਼ਨ। ਜੇ ਆਪਾਂ ਸਿੰਪਲੀ ਲਿਖਿਆ ਏ, ਜਾਂ ਆਪਾਂ ਇਹਨੂੰ ਇਸ ਤਰ੍ਹਾਂ ਲਿਖ ਦਈਏ, ਏ ਵੈਕਟਰ ਲਾ ਕੇ ਉਹਦੇ ਨਾਲ ਦੋਵੇਂ ਪਾਸੇ ਲਿਖ ਦਈਏ ਬਾਰ, ਇਹ ਵੀ ਆਪਣੇ ਕੋਲ ਕੀ ਹੈ, ਇਹ ਆਪਣੇ ਕੋਲ ਦੱਸ ਰਿਹਾ ਮੈਗਨੀਟਿਊਡ ਆਫ ਏ ਵੈਕਟਰ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਵੈਕਟਰ ਕੁਆਂਟੀਜ਼ ਬਾਰੇ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਲਓ ਬੇਟੇ, ਹੁਣ ਆਪਣਾ ਜਿਹੜਾ ਟੌਪਿਕ ਹੈ ਅੱਜ ਦਾ, ਜਿਹੜਾ ਆਪਾਂ ਕਰਨ ਲੱਗੇ ਸੀ, ਡਿਸਟੈਂਸ ਐਂਡ ਡਿਸਪਲੇਸਮੈਂਟ। ਫਸਟ ਆਫ ਆਲ ਵੀ ਵਿਲ ਡਿਸਕਸ ਵਾਟ ਇਜ਼ ਡਿਸਟੈਂਸ। 9th ਕਲਾਸ ਦੇ ਵਿੱਚ ਨਾ ਇਹ ਆਰਟੀਕਲ ਸਾਰੇ ਤੁਸੀਂ ਕੀਤੇ ਹੋਏ ਬੇਟੇ। ਦੂਰੀ, ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕੀ ਕਹਿੰਦੇ ਆ, ਦੂਰੀ। ਜਿਹੜੀ ਚੀਜ਼ ਆਪਾਂ ਯਾਦ ਰੱਖਣਾ, ਇਹਦੇ ਵਿੱਚ ਜਿਹੜਾ ਸ਼ਬਦ ਆਪਾਂ ਯਾਦ ਰੱਖਣਾ, ਵਾਟ ਇਜ਼ ਡਿਸਟੈਂਸ, ਆਪਾਂ ਕਹਿੰਦੇ ਟੋਟਲ ਪਾਥ, ਟੋਟਲ ਪਾਥ covered by a object, total path covered by a object during motion। ਜਦੋਂ ਉਹ ਮੂਵ ਕਰ ਰਿਹਾ ਤਾਂ ਆਪਾਂ ਉਹਨੂੰ ਕੀ ਕਵਾਂਗੇ ਬੇਟੇ, ਡਿਸਟੈਂਸ। ਡੈਫੀਨੇਸ਼ਨ ਕਲੀਅਰ ਹੋਈ ਕਿ ਨਹੀਂ ਹੈ ਬੇਟੇ? ਟੋਟਲ ਪਾਥ ਕਵਰਡ ਬਾਈ ਦੀ ਆਬਜੈਕਟ ਡਿਊਰਿੰਗ ਮੋਸ਼ਨ ਇਜ਼ ਕਾਲਡ ਦੀ ਡਿਸਟੈਂਸ। ਜਿਹੜਾ ਸੈਕੰਡ ਪੁਆਇੰਟ ਇਹਦੇ ਵਿੱਚ ਯਾਦ ਰੱਖਣਾ, ਇਟ ਇਜ਼ ਅ ਸਕੇਲਰ ਕੁਆਂਟੀਟੀ। ਇਹ ਸਾਡੇ ਕੋਲ ਕੀ ਹੈ ਬੇਟੇ, ਸਕੇਲਰ ਕੁਆਂਟੀਟੀ। ਇਹਦਾ ਮਤਲਬ ਇਹ ਸਿੰਪਲੀ ਇੱਕ ਨੰਬਰ ਹੈ, ਇਹਦੇ ਕੋਲ ਡਾਇਰੈਕਸ਼ਨ ਨਹੀਂ ਹੈਗੀ। ਇਹ ਆਪਣੇ ਕੋਲ ਕੀ ਇੱਕ ਨੰਬਰ ਹੈ, ਕੋਈ ਡਾਇਰੈਕਸ਼ਨ ਇਹਦੇ ਕੋਲ ਨਹੀਂ ਹੈਗੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸੋ ਇਹਦੇ ਵਿੱਚ ਆਪਾਂ ਚਲੋ ਇੱਕ ਨਾਲ ਦੀ ਨਾਲ ਇੱਕ ਹੋਰ ਡੈਫੀਨੇਸ਼ਨ ਕਰਦੇ ਹਾਂ, ਫਿਰ ਦੋਵਾਂ ਨੂੰ ਆਪਾਂ ਕੰਪੈरेटिवली ਬਰਾਬਰ ਰੱਖ ਕੇ ਆਪਾਂ ਐਕਸਪਲੇਨ ਕਰਾਂਗੇ। ਥੋੜਾ ਜਿਹਾ ਆਪਾਂ ਇਹਨੂੰ ਇਸ ਤਰ੍ਹਾਂ ਨਾਲ ਲਈਏ, ਲੈਟ ਅਸ ਟੇਕ ਐਨ ਆਬਜੈਕਟ। ਮੰਨ ਲਓ ਕੋਈ ਆਬਜੈਕਟ ਹੈ, ਇਸ ਤਰ੍ਹਾਂ ਨਾਲ ਹੀ ਹੁਣ ਆਪਾਂ ਇਹਨੂੰ ਰਿਪਰੈਜ਼ੈਂਟ ਕਰਿਆ ਕਰਾਂਗੇ। ਲੈਟ ਅਸ ਟੇਕ ਐਨ ਆਬਜੈਕਟ ਇਜ਼ ਮੂਵਿੰਗ ਫਰੋਮ ਪੁਆਇੰਟ O origin to A, then move to point B at any time t is equal to t1, A point ਤੇ t is equal to t2, it is at point B। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਵਨ ਡਾਇਮੈਂਸ਼ਨ ਚ ਰਿਪਰੈਜ਼ੈਂਟ ਕਰਨਾ ਹੈ ਤਾਂ ਸਾਨੂੰ ਇੱਕ ਕੋਆਰਡੀਨੇਟ ਚਾਹੀਦਾ x, ਨਾਲ ਆਪਾਂ ਨੂੰ ਟਾਈਮ ਚਾਹੀਦਾ। ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ? A ਪੁਆਇੰਟ ਤੇ ਮੰਨ ਲਓ ਉਹਨੇ origin ਤੋਂ ਕਿੰਨਾ ਡਿਸਟੈਂਸ ਕਵਰ ਕੀਤਾ, ਲੈਟ x1 is the distance covered by, ਕਿੰਨਾ ਡਿਸਟੈਂਸ ਕਵਰ ਕੀਤਾ ਬੇਟੇ, x1। B ਪੁਆਇੰਟ ਤੱਕ ਉਹਨੇ ਕਿੰਨਾ ਡਿਸਟੈਂਸ ਕਵਰ ਕੀਤਾ, x2। ਆਪਾਂ ਨੂੰ ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ? ਆਪਾਂ ਇੱਕ ਗੱਲ ਕੀਤੀ ਸੀ ਬੇਟੇ, ਆਲ ਦੀ ਡਿਸਟੈਂਸਿਸ ਆਰ ਮੈਜਰਡ ਫਰੋਮ origin। ਤਾਂ ਆ ਆਪਣੇ ਕੋਲ ਕੀ origin ਹੈ ਆਫ ਦੀ ਕੋਆਰਡੀਨੇਟ ਸਿਸਟਮ। ਠੀਕ ਹੈ ਜੀ, ਜਿਹੜਾ ਵੀ ਅਸੀਂ ਕੋਆਰਡੀਨੇਟ ਸਿਸਟਮ ਲਿਆ ਇਹ ਉਹਦਾ origin ਹੈ, ਤੇ ਸਾਰੇ ਡਿਸਟੈਂਸ ਕਿੱਥੋਂ ਮੈਜਰ ਕਰੇ ਜਾਂਦੇ, origin ਤੋਂ। ਆਪਾਂ ਇੱਕ ਸਿਚੁਏਸ਼ਨ ਬਣਾਈ ਹੈ, ਕੀ ਸਿਚੁਏਸ਼ਨ ਬਣਾਈ ਹੈ, ਕੋਈ ਆਬਜੈਕਟ ਹੈ ਜਿਹੜਾ ਉਹ ਆਪਣੇ ਕੋਲ ਮੂਵ ਕਰ ਰਿਹਾ ਹੈ origin ਦੇ ਰਾਈਟ ਹੈਂਡ ਸਾਈਡ ਤੇ। ਇਹ origin ਹੈ, origin ਦੀ ਕਿਹੜੀ ਸਾਈਡ ਤੇ ਮੂਵ ਕਰ ਰਿਹਾ, ਉਹ ਰਾਈਟ ਹੈਂਡ ਸਾਈਡ। ਕਿਸੇ ਸਮੇਂ t1 ਤੇ ਉਹ ਕਿੱਥੇ ਪਹੁੰਚ ਗਿਆ ਬੇਟੇ, A ਪੁਆਇੰਟ ਤੇ। origin ਤੋਂ ਦੀ ਦੂਰੀ ਕਿੰਨੀ ਸੀ, x1। ਆਫਟਰ ਟਾਈਮ t2 ਉਹ ਕਿੱਥੇ ਪਹੁੰਚ ਗਿਆ ਬੇਟੇ, B ਪੁਆਇੰਟ ਤੇ। ਉਹਦੀ origin ਤੋਂ ਦੂਰੀ ਕਿੰਨੀ ਸੀ, x2। ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਐਟ ਪੁਆਇੰਟ B, ਐਟ ਪੁਆਇੰਟ B ਟੋਟਲ ਪਾਥ ਕਿੰਨਾ ਕਵਰ ਕੀਤਾ ਬੇਟੇ ਉਹਨੇ, ਟੋਟਲ ਪਾਥ ਕਵਰਡ ਕਿੰਨਾ ਬੇਟੇ, x1 plus x2। ਹਾਂ x2 ਕਹਿ ਸਕਦੇ, origin ਤੋਂ ਲੈ ਕੇ ਚੱਲੋ
ਆਪਾਂ ਇਹਨੂੰ ਐ ਕਰ ਲੈਨੇ ਹੋਰ ਮਤਲਬ ਕਲੀਅਰ ਕਰਨ ਵਾਸਤੇ x2 ਸਿੰਪਲ ਕਹਿ ਸਕਦੇ ਹਾਂ ਬੇਟੇ, ਤੁਹਾਡੀ ਗੱਲ ਸਹੀ ਹੈ, ਬਟ ਆਪਾਂ ਇਹਨੂੰ ਥੋੜਾ ਜਿਹਾ ਜੇ ਆਪਾਂ ਇਹਨੂੰ ਇਸ ਤਰ੍ਹਾਂ ਨਾਲ ਲੈ ਲਈਏ ਵੀ B ਪੁਆਇੰਟ A ਪੁਆਇੰਟ ਤੋਂ ਲੈ ਕੇ B ਪੁਆਇੰਟ ਤੱਕ ਜਿਹੜੀ ਦੂਰੀ ਹੈ ਉਹਨੂੰ ਆਪਾਂ ਕਹਿ ਦਈਏ x2, ਇਹਨੂੰ ਆਪਾਂ ਕੀ ਕਹਿ ਦਈਏ x2, ਤਾਂ ਟੋਟਲ ਪਾਥ ਕਵਰ ਕਿੰਨਾ ਹੋ ਗਿਆ, ਹੁਣ ਬਣ ਗਿਆ ਨਾ x1 ਪਲੱਸ x2। ਦੇਖੋ ਮੇਰਾ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਹੁਣ ਮੰਨ ਲਓ ਜਿਹੜਾ ਆਬਜੈਕਟ ਹੈ ਉਹ ਕੀ ਹੈ, ਜਿਹੜਾ ਆਬਜੈਕਟ ਹੈ moves back, ਆਬਜੈਕਟ ਆਪਣੇ ਕੋਲ ਕੀ ਹੈ moves back to O, ਆਬਜੈਕਟ ਆਪਣੇ ਕੋਲ ਕੀ ਹੈ ਬੇਟੇ, ਕਿੱਥੇ ਆ ਗਿਆ B ਪੁਆਇੰਟ ਤੋਂ ਮੂਵ ਕਰਕੇ O ਪੁਆਇੰਟ ਤੇ ਆ ਗਿਆ, B ਪੁਆਇੰਟ ਤੋਂ ਮੂਵ ਕਰਕੇ A ਪੁਆਇੰਟ ਤੇ, B ਪੁਆਇੰਟ ਤੋਂ ਮੂਵ ਕਰਕੇ ਕਿਹੜੇ ਪੁਆਇੰਟ ਤੇ ਆ ਗਿਆ ਬੇਟੇ, O ਪੁਆਇੰਟ ਤੇ ਆ ਗਿਆ। ਹੁਣ ਉਹਨੇ ਕਿੰਨਾ ਡਿਸਟੈਂਸ ਕਵਰ ਕੀਤਾ, x2 ਪਲੱਸ x1। ਦੱਸੋ ਬੇਟੇ ਆ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਕਹਿੰਦਾ ਮਤਲਬ ਜਿਵੇਂ ਮੈਂ ਮਲੋੜ ਤੋਂ ਆਉਣਾ ਬੇਟੇ, ਠੀਕ ਹੈ, ਅਰਨੀ ਵਾਲੇ, ਜੇ ਮੈਂ ਮਲੋੜ ਤੋਂ ਅਰਨੀ ਵਾਲੇ ਆਇਆ ਤਾਂ 30 ਕਿਲੋਮੀਟਰ ਦਾ ਡਿਸਟੈਂਸ ਮੈਨੂੰ ਪੈ ਗਿਆ, ਫਿਰ ਮੈਂ ਅਰਨੀ ਵਾਲੇ ਤੋਂ ਆਪਦੇ ਘਰ ਵਾਪਸ ਚਲਾ ਜਾਵਾਂ ਮਲੋੜ, ਤਾਂ ਮੈਨੂੰ ਕਿੰਨਾ ਡਿਸਟੈਂਸ ਪਊਗਾ ਬੇਟੇ 30 ਪਲੱਸ 30 ਕਿੰਨਾ ਹੋ ਜਾਊਗਾ 60। ਦੇਖੋ ਬੇਟੇ ਡਿਸਟੈਂਸ ਸਕੇਲਰ ਕੁਆਂਟੀਟੀ ਹੈ, ਇਹਦੇ ਵਿੱਚ ਡਾਇਰੈਕਸ਼ਨ ਦਾ ਕੋਈ ਚੱਕਰ ਨਹੀਂ, ਜਿੰਨਾ ਵੀ ਅਸੀਂ ਡਿਸਟੈਂਸ ਮੂਵ ਕਰੀ ਜਾਵਾਂਗੇ ਉਹ ਸਾਡਾ ਐਡ ਹੁੰਦਾ ਜਾਣਾ, ਉਹ ਸਾਡਾ ਕੀ ਹੁੰਦੇ ਜਾਣਾ, ਐਡ ਹੁੰਦੇ ਜਾਣਾ। ਉਹਦਾ ਮਤਲਬ ਅਸੀਂ ਕਿੰਨਾ ਡਿਸਟੈਂਸ ਮੂਵ ਕੀਤਾ 30 ਪਲੱਸ 30 ਇਜ਼ ਇਕੁਅਲ ਟੂ 60 ਕਿਲੋਮੀਟਰ, 30 ਪਲੱਸ 30 ਇਜ਼ ਇਕੁਅਲ ਟੂ 60 ਕਿਲੋਮੀਟਰ। ਸਮਝ ਲੱਗਿਆ ਕਿ ਨਹੀਂ ਲੱਗਿਆ, ਠੀਕ ਹੈ। ਇਟ ਇਜ਼ ਨਾਟ ਅ ਵੈਕਟਰ ਕੁਆਂਟੀਟੀ, ਇਟ ਇਜ਼ ਅ ਸਕੇਲਰ ਕੁਆਂਟੀਟੀ। ਇੱਥੇ ਤੱਕ ਕੋਈ ਡਾਊਟ ਹੈ ਤਾਂ ਬੇਟੇ ਦੱਸੋ, ਠੀਕ ਹੈ। ਇਹਦਾ ਮਤਲਬ ਜਿਹੜਾ ਡਿਸਟੈਂਸ ਹੈ, ਜਿਹੜਾ ਆਪਣੇ ਕੋਲ ਕੀ ਆਪਾਂ ਕਿਹਾ ਵੀ ਸਕੇਲਰ ਕੁਆਂਟੀਟੀਜ਼ ਐਡ ਹੁੰਦੇ ਜਾਣਾ। ਨੈਕਸਟ ਪੁਆਇੰਟ ਜਿਹੜਾ ਆਪਣੇ ਕੋਲ ਕਹਿੰਦਾ ਥਰਡ ਇਹਦੇ ਦੇ ਵਿੱਚ, ਉਹ ਆਪਣੇ ਕੋਲ ਕੀ ਕਹਿੰਦਾ ਹੈ ਵੀ ਜਿਹੜਾ ਡਿਸਟੈਂਸ ਹੈ ਨਾ ਉਹ ਨੈਗੇਟਿਵ ਨਹੀਂ ਹੋ ਸਕਦਾ। ਡਿਸਟੈਂਸ ਤੁਹਾਡੇ ਕੋਲ ਕੀ ਹੋ ਸਕਦਾ, ਜਾਂ ਤਾਂ ਤੁਸੀਂ ਮੂਵ ਹੀ ਨਾ ਕਰੋ ਜ਼ੀਰੋ ਹੋ ਜਾਊਗਾ, ਜਾਂ ਕੀ ਹੋਊਗਾ ਪੋਜ਼ਿਟਿਵ। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ, ਇਟ ਕੈਨੋਟ ਬੀ ਨੈਗੇਟਿਵ, ਨੈਗੇਟਿਵ ਨਹੀਂ ਹੋ ਸਕਦਾ। ਡਿਸਟੈਂਸ ਇਜ਼ ਆਲਵੇਜ਼ ਪੋਜ਼ਿਟਿਵ, ਜਾਂ ਕੀ ਹੋ ਸਕਦਾ ਆਪਣੇ ਕੋਲੇ ਜ਼ੀਰੋ ਹੋ ਸਕਦਾ। ਇਹ ਪੁਆਇੰਟ ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ, ਠੀਕ ਹੈ। ਜਿਹੜੀਆਂ ਮੋਟੀਆਂ ਮੋਟੀਆਂ ਆਪਾਂ ਗੱਲਾਂ ਡਿਸਕਸ ਕੀਤੀਆਂ, ਇਹਦੇ ਯੂਨਿਟ ਕੀ ਹੈ ਡਿਸਟੈਂਸ ਦੇ, ਜੇ SI ਯੂਨਿਟ ਲੈ ਕੇ ਚੱਲਦੇ ਆ, ਆਪਾਂ ਨੂੰ ਪਤਾ SI ਯੂਨਿਟ ਕੀ ਹੁੰਦਾ ਮੀਟਰ, ਠੀਕ ਹੈ। ਹੁਣ ਅਸੀਂ ਇਹਦੇ ਕੰਟਰਾਸਟ ਦੇ ਵਿੱਚ ਡਿਸਕਸ ਕਰਦੇ ਹਾਂ ਡਿਸਪਲੇਸਮੈਂਟ, ਫਿਰ ਆਪਾਂ ਦੋਵਾਂ ਨੂੰ ਕੰਪੇਅਰ ਕਰਾਂਗੇ, ਠੀਕ ਹੈ। ਵਾਟ ਇਜ਼ ਡਿਸਪਲੇਸਮੈਂਟ, ਸ਼ਾਰਟੈਸਟ ਡਿਸਟੈਂਸ ਕਵਰਡ ਕਹਿ ਸਕਦੇ ਹਾਂ, ਠੀਕ ਹੈ ਬੇਟੇ। ਇਹਦੇ ਨਾਲ ਡਾਇਰੈਕਸ਼ਨ ਅਸਾਈਨ ਕਰਨੀ ਹੈ ਆਪਾਂ ਡੈਫੀਨੇਸ਼ਨ ਕੀ ਦਿੰਦੇ ਹਾਂ, ਆਪਾਂ ਕਹਿੰਦੇ ਇਟ ਇਜ਼ ਦੀ ਸ਼ਾਰਟੈਸਟ ਪਾਥ ਕਵਰਡ। ਇੱਥੇ ਆਪਾਂ ਸਿੰਪਲੀ ਕੀ ਕਿਹਾ ਸੀਗਾ, ਪਾਥ ਕਵਰਡ, ਇੱਥੇ ਆਪਾਂ ਕੀ ਕਿਹਾ ਸ਼ਾਰਟੈਸਟ ਪਾਥ ਕਵਰਡ, ਇੱਥੇ ਆਪਾਂ ਕੀ ਕਿਹਾ ਸ਼ਾਰਟੈਸਟ ਪਾਥ ਕਵਰਡ ਬਾਈ ਆਬਜੈਕਟ। ਹੁਣ ਜੇ ਸ਼ਾਰਟੈਸਟ ਕਵਰ ਕਰਨਾ ਤੇ ਖਾਸ ਡਾਇਰੈਕਸ਼ਨ ਦੇ ਵਿੱਚ ਹੀ ਹੋਊਗਾ, ਜਿੱਥੇ ਛੋਟੇ ਤੋਂ ਛੋਟਾ ਹੋਊਗਾ ਡਿਸਟੈਂਸ। ਉਹਦੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ, ਬੇਟੇ ਮਾਈਕ ਆਫ ਕਰ ਦਿਓ ਨਾ, ਜਿਹਦੇ ਨਾਲ ਡਿਸਟਰਬੈਂਸ ਆ ਰਹੀ ਹੈ, ਕਿਸੇ ਦਾ ਟੀਵੀ ਜਾਂ ਚੱਲੀ ਜਾਂਦਾ ਨਾਲ, ਜਾਂ ਉਹਦੇ ਪੇਰੈਂਟਸ ਬੋਲ ਰਹੇ, ਬੇਟੇ ਮਾਈਕ ਆਫ ਕਰ ਦਿਓ। ਦੇਖੋ ਕੌਣ ਹੈ ਬੇਟੇ, ਉਹਨੂੰ ਕਹੋ।
बेटे इन्नी एक गल्लां कॉमन सेंस दी हुंदियां, आप समझ के रखिया करो भी जे मान लो अपने नेड़े तेड़े डिस्टरबेंस आ रही है तो प्लीज ਉਹਨੂੰ ਆਪਦੇ ਮਾਈਕ ਨੂੰ ਮਿਊਟ ਕਰ ਲਿਆ ਕਰੋ, ਜੇ ਤੁਸੀਂ ਗੱਲ ਕਰਨੀ ਹੈ ਉਦੋਂ ਉਹਨੂੰ ਔਨ ਕਰ ਲਓ। डिस्प्लेसमेंट अपने कोल की है, शॉर्टेस्ट पाथ कवर्ड बाय द ऑब्जेक्ट, ठीक है जी, इट इज द शॉर्टेस्ट पाथ कवर्ड बाय द ऑब्जेक्ट, ठीक है जी। ਇਹਨੂੰ ਆਪਾਂ ਜਿਹਦਾ ਸੈਕੰਡ ਪੁਆਇੰਟ ਕਹਿੰਦੇ ਤਾਂ ਇਟ ਇਜ਼ ਅ ਵੈਕਟਰ ਕੁਆਂਟੀਟੀ, ਇਹ ਸਾਡੇ ਕੋਲ ਕੀ ਹੈ, ਵੈਕਟਰ ਕੁਆਂਟੀਟੀ। ਮਤਲਬ ਇਹਦੇ ਵਿੱਚ ਆਪਣੇ ਕੋਲ ਇੱਕ ਖਾਸ ਡਾਇਰੈਕਸ਼ਨ ਹੋਊਗੀ ਜਿਹਦੇ ਵਿੱਚ ਪਾਥ ਆਪਣਾ ਸ਼ਾਰਟੈਸਟ ਹੋਊਗਾ, ਠੀਕ ਹੈ। ਤੇ ਡਿਸਪਲੇਸਮੈਂਟ ਦਾ ਫਾਰਮੂਲਾ ਆਪਣੇ ਕੋਲ ਕੀ ਹੈ ਬੇਟੇ, ਇਹਦਾ ਫਾਰਮੂਲਾ ਹੈਗਾ ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ, फाइनल पोजीशन माइनस इनिशियल पोजीशन। फाइनल मतलब जिथे ऑब्जेक्ट अपने को आया है मोशन दे विच डिस्टेंस, मतलब फाइनल पॉइंट के उपर अपने को जिथे उन्हें आके अपना जो डेस्टिनेशन है उत्थे रीच कर गया, उन्होंने पोजीशन नूं आपां जदों ओरिजिन तो मापते हैं तो उन्होंने आपां कह दिंदे फाइनल पोजीशन। जिथों उन्हें मूव करना स्टार्ट किया उन्होंने आपां कह दिंदे इनिशियल पोजीशन। क्लीयर होया कि नहीं है बेटे? हम आप आही एग्जाम्पल लीए, जी आप एग्जाम्पल लीए इस ऑब्जेक्ट की, मान लो ऑब्जेक्ट है जोड़ा वो कितने मूव किया ओ टू बी, ठीक है। जो ओ टू बी मूव किया तो उदों अपने को इनकी पोजीशन आऊगी ओरिजिन तो। हुण आपां इहनूं लईए जिहड़ी आपां इत्थे लई, मान लो हुण क्योंकि ओरिजिन तो आपां नूं वैल्यू चाहीदी है, मान लो इहनूं मैं कह दें x3, स्टार्ट किया अपने को ओरिजिन तो, पहुंचा कित्थे है बी पॉइंट ते, ओ पॉइंट के उपर उहदी पोजीशन की है, मान लो इत्थे इहदी पोजीशन हैगी है ओरिजिन ते है, तो मान लो आपां इहनूं कहता x0, बी पॉइंट ते पहुंचे तो इहदी पोजीशन है x3, इहदा मतलब डिस्प्लेसमेंट कितना होया बेटे, फाइनल पोजीशन माइनस इनिशियल पोजीशन, x3 माइनस x0 की वैल्यू होगी x3 माइनस फाइनल पोजीशन उनकी की है बी, बी का ओरिजिन तो डिस्टेंस कितना है x3, स्टार्ट कितों किया सी ओ तो, मान लो ओ की पोजीशन अपने को की है x0, तो फाइनल पोजीशन माइनस इनिशियल पोजीशन, फाइनल पोजीशन इनिशियल पोजीशन। क्लियर होया कि नहीं होया बेटे? अपने को ਆਪਾਂ ਸੈਕੰਡ ਕੇਸ ਡਿਸਕਸ ਕੀਤਾ ਸੀਗਾ ਵੀ ਜਿਹੜਾ ਪਾਰਟੀਕਲ ਹੈ ਉਹ ਆਪਣੇ ਕੋਲ ਕੀ ਆ ਜੇ बी पॉइंट तो मूव करके ओ पॉइंट ते दोबारा वापस आ जाए, बी पॉइंट तो मूव करके दोबारा ओ ते की आ जाए वापस आ जाए, तो फिर देखो बेटे की होगा। हुण पार्टिकल अपने कोल कित्थे वापस आ गया x9, चलिया भी कित्थों सीगा स्टार्ट, हां जी बेटे स्टार्ट कित्थों कीता सी x0 ते चलिया, ओ पॉइंट तो चलिया सी ते ओ पॉइंट ते ही की आ गया बेटे वापस आ गया। ਇਹਦਾ मतलब ਉਹਦਾ स्टार्टिंग पॉइंट ਤੇ ਜਿਹਨੂੰ ਆਪਾਂ स्टार्टिंग पॉइंट ਨੂੰ ਕਹਿ ਦਿੰਦੇ ਇਨੀਸ਼ੀਅਲ पॉइंट, इनिशियल पॉइंट ਤੇ फाइनल पॉइंट की है बेटे सेम, तो डिस्प्लेसमेंट कितनी होगी 0, x0 माइनस x0 इज इक्वल टू 0। बट डिस्टेंस कितना हो जाता सी, डिस्टेंस हो जाता सी डबल। जिवें आपां एग्जांपल ਲਈ भी मैं अरनी वाले तो मलोट चला गया, बाद च मलोट तो फिर अरनी वाले आ गया, तो डिस्प्लेसमेंट होगी 0, बट डिस्टेंस कितना हो गया 30 प्लस 30 इज इक्वल टू 60। ये पॉइंट दसो बेटे क्लीयर होया कि नहीं होया? क्योंकि ਜਿਹੜਾ डिस्प्लेसमेंट है वो शॉर्टेस्ट पाथ कवर्ड है, ਜਿਹੜਾ फाइनल पोजीशन माइनस इनिशियल पोजीशन ਤੇ डिपेंड करता वो वैक्टर क्वांटिटी है, बट ਜਿਹੜਾ पाथ है ਜਾਂ डिस्टेंस है वो अपने ਕੋਲ ਕੀ ਸਿੰਪਲੀ ਜਿੰਨੀ ਵੀ ਅਸੀਂ डिस्टेंस ਨੂੰ कवर कर रहे हैं वो ਸਾਡੇ ਕੋਲ ਕੀ ਹੋ ਰਿਹਾ ऐड हो रहा है, ए टू बी चले जाओ बी टू ए चले जाओ, ठीक है जी, तो वो जीरो नहीं होगा वो डबल हो जाऊगा, ठीक है जी। ये पॉइंट दसो क्लीयर होया कि नहीं होया? ठीक है, आप होर एग्जांपल लेने हैं, मान लो
ਆਪਾਂ ਇਹ ਕੋਆਰਡੀਨੇਟ ਸਿਸਟਮ ਬਣਾਇਆ। ਪਾਰਟੀਕਲ ਹੈ ਜਿਹੜਾ, ਮੰਨ ਲਓ ਉਹ ਪੁਆਇੰਟ ਤੇ, ਉਹ ਪੁਆਇੰਟ ਤੋਂ ਸਟਾਰਟ ਕੀਤਾ, ਠੀਕ ਹੈ ਜੀ। ਪਾਰਟੀਕਲ ਪਹਿਲਾਂ ਏ ਤੇ ਗਿਆ, ਫਿਰ ਉਹ ਕਿੱਥੇ ਚਲਾ ਗਿਆ, ਬੀ ਚਲੇ ਗਿਆ, ਠੀਕ ਹੈ ਜੀ। ਇਹਦਾ ਮਤਲਬ, ਜਾਂ ਆਪਾਂ ਚਲੋ ਥੋੜੀ ਜਿਹੀ ਨੂੰ ਹੋਰ ਸੌਖਾ ਕਰ ਦਿੰਨੇ ਆ, ਆਪਾਂ ਪਹਿਲਾਂ ਸਿੰਪਲ ਐਗਜ਼ਾਮਪਲ ਲਈਏ। ਮੰਨ ਲਓ ਇਹ ਓਰੀਜਨ ਹੈ, ਠੀਕ ਹੈ ਜੀ। ਪਾਰਟੀਕਲ ਆਪਣੇ ਕੋਲ ਕਿੱਥੇ ਹੈ, ਏ ਪੁਆਇੰਟ ਤੋਂ ਮੂਵ ਕਰਕੇ ਬੀ ਪੁਆਇੰਟ ਤੱਕ ਗਿਆ। ਪਾਰਟੀਕਲ ਕਿੱਥੇ ਗਿਆ, ਏ ਟੂ ਬੀ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਮੰਨ ਲਓ ਜਿਹੜਾ ਏ ਦਾ ਡਿਸਟੈਂਸ ਹੈ ਫਰੋਮ ਓਰੀਜਨ, ਜਿਹੜਾ ਅਸੀਂ ਮੈਜਰ ਕੀਤਾ, ਲੈਟ ਇਟ ਇਜ਼ ਐਕਸ ਏ। ਬੀ ਦਾ ਡਿਸਟੈਂਸ ਜਿਹੜਾ ਅਸੀਂ ਮੈਜਰ ਕੀਤਾ ਉਹ ਆਪਣੇ ਕੋਲ ਕੀ, ਐਕਸ ਬੀ। डिस्प्लेसमेंट की हुई बेटे, फाइनल पोजीशन माइनस इनिशियल पोजीशन, एक्स बी माइनस एक्स ए। आप पॉइंट दसो बेटे क्लियर होया कि नहीं होया, क्योंकि ए टू बी गया, इनिशियल ए हो गया, फाइनल बी हो गया, ए टू बी गया, एक्स बी माइनस एक्स ए। हुण आपां जे देखिए एक्स बी है छोटा है एक्स ए नालों, क्योंकि सारे डिस्टेंस ओरिजिन तो मेजर होए है। ओ बी डिस्टेंस की है, आ वाला डिस्टेंस की है, स्मॉलर है, ਤੇ ਉਹ ਇਹ ਡਿਸਟੈਂਸ ਕੀ ਹੈ, ਲਾਰਜਰ ਹੈ। ਇਹਦਾ ਮਤਲਬ ਇੱਥੇ ਸਾਡੇ ਕੋਲ ਕੀ ਸਬਟਰੈਕਟ ਹੋ ਰਿਹਾ, ਸਮਾਲ ਮਾਈਨਸ ਲਾਰਜ। ਤਾਂ ਡਿਸਪਲੇਸਮੈਂਟ ਕੀ ਆਊਗਾ ਬੇਟੇ, ਨੈਗੇਟਿਵ। ਡਿਸਪਲੇਸਮੈਂਟ ਕੀ ਆਊਗਾ, ਨੈਗੇਟਿਵ। ਦਾ ਮਤਲਬ ਕੀ ਹੈ ਵੀ ਪਾਰਟੀਕਲ ਕਿਹੜੀ ਸਾਈਡ ਤੇ ਮੂਵ ਕਰ ਰਿਹਾ ਹੈ, ਉਹ ਓਰੀਜਨ ਦੀ ਲੈਫਟ ਹੈਂਡ ਸਾਈਡ ਤੇ ਮੂਵ ਕਰ ਰਿਹਾ ਜਾਂ ਓਰੀਜਨ ਵੱਲ ਮੂਵ ਕਰ ਰਿਹਾ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਜਦੋਂ ਵੀ ਕੋਈ ਟਰਮ ਨੈਗੇਟਿਵ ਆਉਂਦੀ ਹੈ ਡਿਸਪਲੇਸਮੈਂਟ ਦੇ ਵਿੱਚ, ਉਹਦਾ ਮਤਲਬ ਕੀ ਹੈ ਸਮਝੋ। ਨੈਗੇਟਿਵ ਡਿਸਪਲੇਸਮੈਂਟ ਦਾ ਮਤਲਬ ਪਾਰਟੀਕਲ ਆਪਣੇ ਕੋਲ ਕੀ ਹੈ, ਇਜ਼ ਮੂਵਿੰਗ ਟੁਵਰਡ ਓਰੀਜਨ, ਮੂਵਿੰਗ ਟੁਵਰਡਸ ਓਰੀਜਨ। ਜਿੱਥੇ ਤੁਸੀਂ ਮੈਜਰ ਕਰ ਰਹੇ ਹੋ ਉਹਦੇ ਵੱਲ ਜਾ ਰਹੇ ਹੋ, ਉਹਦੀ ਡਾਇਰੈਕਸ਼ਨ, ਠੀਕ ਹੈ ਜੀ। ਜਾਂ ਆਪਾਂ ਕਹਿ ਸਕਦੇ ਹਾਂ ਔਰ ਇਹ ਕਿੱਥੇ ਮੂਵ ਕਰ ਰਿਹਾ, ਲੈਫਟ ਹੈਂਡ ਸਾਈਡ ਆਫ ਦੀ ਓਰੀਜਨ। ਬੇਟੇ ਬੇਸਿਕਸ ਹੈ, ਇਹਨੂੰ ਸਮਝ ਲਓ। ਜੇ ਆਪਾਂ ਇਸ ਚੀਜ਼ ਨੂੰ ਐਕਸਪਲੇਨ ਕਰੀਏ, ਇਹਨੂੰ ਆਪਾਂ ਓਰੀਜਨ ਲੈ, ਜੇਕਰ ਇਧਰਲੀ ਸਾਈਡ ਤੇ ਪਾਰਟੀਕਲ ਮੂਵ ਕਰਦਾ ਤਾਂ ਉਹਨੂੰ ਅਸੀਂ ਕਹਿੰਦੇ ਆ ਪੋਜ਼ਿਟਿਵ, ਉਹਦੀ ਵੈਲਿਊ ਨੂੰ। ਜੇ ਇੱਧਰ ਮੂਵ ਕਰਦਾ ਤਾਂ ਉਹਦੀ ਵੈਲਿਊ ਨੂੰ ਆਪਾਂ ਕੀ ਕਹਿੰਦੇ ਆ, ਨੈਗੇਟਿਵ। ਸਿਰਫ ਸ਼ੋ ਕਰਨ ਦੇ ਲਈ, ਨੈਗੇਟਿਵ ਦਾ ਤੇ ਮਤਲਬ ਇਹ ਨਹੀਂ ਕਿ ਵੀ ਨੈਗੇਟਿਵ ਡਿਸਟੈਂਸ ਕਵਰ ਕੀਤਾ, ਸਿਰਫ ਇਸ ਚੀਜ਼ ਸ਼ੋ ਕਰਨ ਦੇ ਲਈ ਵੀ ਜਿਹੜਾ ਪਾਰਟੀਕਲ ਹੈ ਉਹ ਓਰੀਜਨ ਦੇ ਲੈਫਟ ਹੈਂਡ ਸਾਈਡ ਤੇ ਮੂਵ ਕਰ ਰਿਹਾ, ਠੀਕ ਹੈ ਜੀ। ਤਾਂ ਆਪਾਂ ਉਹਨੂੰ ਨੈਗੇਟਿਵ ਸ਼ੋ ਕਰਦੇ ਹਾਂ। ਜਾਂ ਆਪਾਂ ਇਸੇ ਦੇ ਵਿੱਚ ਜਿਵੇਂ ਆਹ ਸਿਚੁਏਸ਼ਨ ਆਪਾਂ ਬਣਾਈ ਹੈ, ਵੀ ਇਹ ਆਪਣੇ ਕੋਲ ਓਰੀਜਨ ਹੈ, ਜਦੋਂ ਪਾਰਟੀਕਲ ਇਧਰਲੀ ਸਾਈਡ ਤੇ ਮੂਵ ਕਰ ਰਿਹਾ ਆਵੇ ਤਾਂ ਉਹਨੂੰ ਆਪਾਂ ਕਹਿ ਦਿੰਦੇ ਆ ਪੋਜ਼ਿਟਿਵ, ਤੇ ਜੇ ਇਧਰਲੀ ਸਾਈਡ ਤੇ ਵਾਪਿਸ ਆ ਰਿਹਾ ਉਹ ਵੈਲਿਊ ਨੂੰ ਆਪਾਂ ਕੀ ਕਹਿ ਦਿੰਦੇ ਆ, ਨੈਗੇਟਿਵ। ਮੂਵਿੰਗ ਟੁਵਰਡ ਦੀ ਓਰੀਜਨ। ਇਹ ਪੁਆਇੰਟ ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ। ਇਹਦਾ ਮਤਲਬ ਡਿਸਪਲੇਸਮੈਂਟ ਤੁਹਾਡੇ ਕੋਲੇ ਪੋਜ਼ਿਟਿਵ ਵੀ ਹੋ ਸਕਦਾ, ਨੈਗੇਟਿਵ ਵੀ ਹੋ ਸਕਦਾ ਤੇ ਜ਼ੀਰੋ ਵੀ ਹੋ ਸਕਦਾ। ਪੋਜ਼ਿਟਿਵ ਵੀ ਹੋ ਸਕਦਾ, ਨੈਗੇਟਿਵ ਵੀ ਹੋ ਸਕਦਾ ਤੇ ਜ਼ੀਰੋ ਵੀ ਹੋ ਸਕਦਾ, ਠੀਕ ਹੈ ਜੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ, ਠੀਕ ਹੈ। ਬਟ ਜਿਹੜਾ ਡਿਸਪਲੇਸਮੈਂਟ ਹੈ ਉਹ ਪੋਜ਼ਿਟਿਵ ਵੀ ਹੋ ਸਕਦਾ, ਨੈਗੇਟਿਵ ਵੀ ਹੋ ਸਕਦਾ ਤੇ ਜ਼ੀਰੋ ਵੀ, ਠੀਕ ਹੈ। ਪਰ ਜਿਹੜਾ ਡਿਸਟੈਂਸ ਹੈ ਉਹ ਆਪਣੇ ਕੋਲ ਕੀ ਹੋ ਸਕਦਾ, ਆਪਣੇ ਕੋਲ ਪੋਜ਼ਿਟਿਵ ਹੋ ਸਕਦਾ ਜਾਂ ਕੀ ਹੋ ਸਕਦਾ, ਜ਼ੀਰੋ ਹੋ ਸਕਦਾ, ਉਹ ਨੈਗੇਟਿਵ ਨਹੀਂ ਹੋ ਸਕਦਾ, ਠੀਕ ਹੈ ਬੇਟੇ। ਕਲੀਅਰ ਹੈ ਬੇਟੇ ਹੱਦ ਤੱਕ, ਇੰਨਾ ਕਲੀਅਰ ਰੱਖੋ। ਫਿਰ ਆਪਾਂ ਨੈਕਸਟ ਟਾਈਮ ਦੇਖਦੇ ਹਾਂ ਬੇਟੇ। ਤੁਸੀਂ ਜਿਹੜਾ ਟੈਸਟ ਪਾਇਆ ਹੋਇਆ ਨਾ ਉਹਨੂੰ ਅਟੈਂਪਟ ਕਰੋ ਹੁਣ, ਠੀਕ ਹੈ। ਅਟੈਂਪਟ ਕਰਕੇ ਉਹਨੂੰ ਸਬਮਿਟ ਕਰ ਦਿਓ, ਠੀਕ ਹੈ।